ਹੈਲੋ ਸਟੂਡੈਂਟਸ, ਹਾਊ ਆਰ ਯੂ। 1956 ਦੇ ਵਿੱਚ ਇੱਕ ਬੜਾ ਇਤਿਹਾਸਿਕ ਐਕਟ ਪਾਸ ਹੋਇਆ ਜਿਹਨੂੰ ਕਹਿੰਦੇ ਆ ਹਿੰਦੂ ਸਕਸੈਸ਼ਨ ਐਕਟ 1956। ਦੇਖੋ, ਹਿੰਦੂ ਸਕਸੈਸ਼ਨ ਐਕਟ 1956 ਦੇ ਤਹਿਤ ਇਹ ਕਿਹਾ ਗਿਆ ਕਿ ਜਿਹੜੇ ਡਾਟਰਸ ਨੇ, ਡਾਟਰਸ ਨੂੰ ਵੀ ਕੁਝ ਹੱਦ ਤੱਕ ਆਪਣੀ ਪਿਓ ਦੀ ਪ੍ਰਾਪਰਟੀ 'ਚੋਂ ਹਿੱਸਾ ਮਿਲਣਾ ਚਾਹੀਦਾ। ਦੇਖੋ, ਉਦੋਂ ਸਰਵਾਈਵਰਸ਼ਿਪ ਦਾ ਕਨਸੈਪਟ ਸੀ ਜਦੋਂ 1956 ਵਿੱਚ ਇਹ ਐਕਟ ਪਾਸ ਹੋਇਆ। ਸੈਕਸ਼ਨ 6 ਵਿੱਚ ਇਹੀ ਕਿਹਾ ਕਿ ਅਗਰ ਕੋਈ ਹਿੰਦੂ ਮੇਲ ਬਿਨਾਂ ਵਸੀਅਤ ਲਿਖੇ, ਬਿਨਾਂ ਕੋਈ ਵਿਲ ਲਿਖੇ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਪ੍ਰਾਪਰਟੀ ਹੈ ਜਿਹੜੀ, ਉਹ ਪ੍ਰਾਪਰਟੀ ਦੀ ਜਿਹੜੀ ਵੰਡ ਹੈ, ਕੰਪਾਰਸਨਰੀ ਪ੍ਰਾਪਰਟੀ ਹੈ, ਉਹਦੀ ਵੰਡ ਜਿਹੜੀ ਹੈ ਉਹ ਬਾਈ ਸਰਵਾਈਵਰਸ਼ਿਪ ਵੰਡੀ ਜਾਊਗੀ। ਅਗਰ ਸਾਰੇ ਮੁੰਡੇ ਹੀ ਉਹਦੇ 4 ਮੁੰਡੇ ਤੇ 4 ਮੁੰਡਿਆਂ ਨੂੰ ਪ੍ਰਾਪਰਟੀ ਜਾਊਗੀ। ਮੁੰਡਿਆਂ ਦਾ ਹੱਕ ਬਾਈ ਬਰਥ ਸੀਗਾ। ਬਾਈ ਬਰਥ ਅਗਰ ਕੋਈ ਮੁੰਡੇ ਦੀ ਜਨਮ ਹੋ ਗਿਆ ਤਾਂ ਬਾਈ ਬਰਥ ਹੀ ਉਹਦਾ ਪ੍ਰਾਪਰਟੀ ਦੇ ਵਿੱਚ ਇੱਕ ਆਪਣਾ ਇੱਕ ਹਿੱਸਾ ਬਣ ਜਾਂਦਾ ਸੀ, ਚਾਹੇ ਪ੍ਰਾਪਰਟੀ ਵੰਡੀ ਨਾ ਹੋਵੇ ਲੇਕਿਨ ਉਹਦਾ ਹਿੱਸਾ ਸੀ। ਕੁੜੀਆਂ ਦਾ ਬਾਈ ਬਰਥ ਆਪਣੀ ਪਿਓ ਦੀ ਪ੍ਰਾਪਰਟੀ 'ਚ ਕੋਈ ਹਿੱਸਾ ਨਹੀਂ ਸੀ ਔਰ 1956 ਦੇ ਵਿੱਚ ਵੀ ਇਸ ਨੂੰ ਆਈ ਰੱਖਿਆ ਗਿਆ। ਜੁਆਇੰਟ ਫੈਮਿਲੀ ਪ੍ਰਾਪਰਟੀ ਨੂੰ ਜਿਹੜੀ ਹੈ ਜੁਆਇੰਟ ਫੈਮਿਲੀ ਪ੍ਰਾਪਰਟੀ ਦਾ ਦਰਜਾ ਹੀ ਦਿੱਤਾ ਗਿਆ ਔਰ ਕੁੜੀਆਂ ਨੂੰ ਬਹੁਤ ਘੱਟ ਹਿੱਸਾ ਮਿਲਿਆ। 1956 ਦੇ ਵਿੱਚ ਇਹ ਐਕਟ ਪਾਸ ਤਾਂ ਕੀਤਾ ਗਿਆ ਲੇਕਿਨ ਲੜਕੀਆਂ ਦਾ ਜ਼ਿਆਦਾ ਧਿਆਨ ਨਹੀਂ ਰੱਖਿਆ ਗਿਆ। ਤੋ ਬਾਈ ਸਰਵਾਈਵਰਸ਼ਿਪ ਉਹ ਪ੍ਰਾਪਰਟੀ ਜਾਂਦੀ ਸੀ ਵੀ ਜਿਹੜਾ ਹਿੰਦੂ ਮੇਲ ਦੇ ਮਰਨ ਤੋਂ ਬਾਅਦ ਉਹਨੂੰ ਸਰਵਾਈਵ ਕਰਦਾ ਸੀ ਉਹਨੂੰ ਇਹ ਪ੍ਰਾਪਰਟੀ ਜਾਂਦੀ ਸੀ। ਅਗਰ ਹਿੰਦੂ ਜਿਉਂਦੇ ਜੀ ਆਪਣੀ ਪ੍ਰਾਪਰਟੀ ਵੰਡ ਕਰਦਾ ਸੀ, ਜਿਉਂਦੇ ਜੀ ਆਪਣੀ ਪ੍ਰਾਪਰਟੀ ਦੀ ਵੰਡ ਕਰਦਾ ਸੀ ਤਾਂ ਉਹਦੀ ਅਗਰ ਇੱਛਾ ਸੀ ਤਾਂ ਆਪਣੀ ਕੁੜੀ ਨੂੰ ਜਾਂ ਡਾਟਰ ਨੂੰ ਹਿੱਸਾ ਦੇ ਸਕਦਾ ਸੀ, ਲੇਕਿਨ ਕੁੜੀ ਐਜ਼ ਅ ਰਾਈਟ ਉਹ ਹਿੱਸਾ ਮੰਗ ਨਹੀਂ ਸਕਦੀ ਸੀ। ਅਗਰ ਉਹ ਚਾਹੇ ਤਾਂ ਸਾਰੀ ਪ੍ਰਾਪਰਟੀ ਆਪਣੇ ਮੁੰਡਿਆਂ ਦੇ ਨਾਂ ਕਰਾ ਦੂਗਾ, ਲੜਕੀ ਨੂੰ ਸ਼ਾਇਦ ਉਹ ਪ੍ਰਾਪਰਟੀ ਨਾ ਦਿੰਦਾ। ਇਹ ਸਵੀਟ ਵਿਲ ਸੀ ਪਿਓ ਦੇ, ਪਿਓ ਦੇਣਾ ਚਾਹੁੰਦਾ ਸੀ ਤਾਂ ਦੇ ਸਕਦਾ ਸੀ, ਅਗਰ ਨਹੀਂ ਦੇਣਾ ਚਾਹੁੰਦਾ ਸੀ ਆਪਣੀ ਕੁੜੀ ਨੂੰ ਪ੍ਰਾਪਰਟੀ ਤਾਂ ਉਹ ਨਹੀਂ ਵੀ ਦੇ ਸਕਦਾ ਸੀ। ਤਾਂ ਕੁੜੀ ਦਾ ਕੋਈ ਬਾਈ ਬਰਥ ਹੱਕ ਨਹੀਂ ਸੀ। ਕੁੜੀ ਪ੍ਰਾਪਰਟੀ ਦੀ ਵੰਡ ਵੀ ਨਹੀਂ ਕਰਵਾ ਸਕਦੀ ਸੀ। ਮੁੰਡਾ ਕਦੋਂ ਮਰਜ਼ੀ ਪ੍ਰਾਪਰਟੀ ਦੀ ਵੰਡ ਕਰਵਾ ਸਕਦਾ ਸੀ। ਜਦੋਂ 18 ਸਾਲ ਦਾ ਹੋ ਗਿਆ ਕੋਰਟ 'ਚ ਜਾ ਕੇ ਕੇਸ ਕਰ ਸਕਦਾ ਸੀ ਆਪਣੇ ਪਿਓ ਤੇ ਕਿ ਇਹ ਐਨਸੈਸਟਰਲ ਪ੍ਰਾਪਰਟੀ ਹੈ, ਇਹ ਮੇਰੇ ਪੜਦਾਦੇ ਤੋਂ ਆਈ ਹੈ, ਠੀਕ ਹੈ, ਔਰ ਮੈਨੂੰ ਮੇਰਾ ਹਿੱਸਾ ਦਿੱਤਾ ਜਾਵੇ। ਲੇਕਿਨ ਕੁੜੀ ਕੋਰਟ 'ਚ ਜਾ ਕੇ ਕੇਸ ਨਹੀਂ ਕਰ ਸਕਦੀ ਸੀ। ਕੁੜੀ ਦਾ ਬਾਈ ਬਰਥ ਹੱਕ ਨਹੀਂ ਸੀ। ਕੁੜੀ ਕਲੇਮ ਨਹੀਂ ਕਰ ਸਕਦੀ ਸੀ, ਪਾਰਟੀਸ਼ਨ ਨਹੀਂ ਕਰਵਾ ਸਕਦੀ ਸੀ, ਵੰਡ ਨਹੀਂ ਕਰਵਾ ਸਕਦੀ ਸੀ। ਇਹ ਕਾਨੂੰਨ ਸੀਗਾ। ਤੇ ਤੁਹਾਨੂੰ ਐਨਸੈਸਟਰਲ ਪ੍ਰਾਪਰਟੀ ਬਾਰੇ ਪਤਾ ਨਾ, ਇੱਕ ਪੜਦਾਦਾ ਹੈ, ਪੜਦਾਦੇ ਕੋਲ ਪ੍ਰਾਪਰਟੀ ਹੈ, ਠੀਕ ਹੈ, ਫਿਰ ਉਹ ਉਹੀ ਪ੍ਰਾਪਰਟੀ ਸੇਮ ਪ੍ਰਾਪਰਟੀ ਤੁਹਾਡੇ ਦਾਦੇ ਕੋਲ ਹੀ ਸਾਂਭੀ ਹੋਈ ਹੈ, ਅੱਗੇ ਵੇਚੀ ਨਹੀਂ, ਵਟੀ ਨਹੀਂ ਉਹਨੇ, ਲੇਕਿਨ ਆਪਣੇ ਨਾਮ ਵੀ ਨਹੀਂ ਕਰਾਈ ਔਰ ਸੇਮ ਪ੍ਰਾਪਰਟੀ ਫਿਰ ਤੁਹਾਡੇ ਦਾਦੇ ਕੋਲ ਵੀ ਉਵੇਂ ਸਾਂਭੀ ਹੋਈ ਆ ਗਈ, ਫਿਰ ਤੁਹਾਡੇ ਪਿਓ ਕੋਲ ਆ ਗਈ। ਉਹ ਪ੍ਰਾਪਰਟੀ ਜਿਹੜੀ ਹੈ ਉਹ ਤੁਹਾਡਾ ਵੀ ਉਹਦੇ ਵਿੱਚ ਹਿੱਸਾ ਬਣਦਾ ਹੈ। ਤਾਂ ਤੁਹਾਡੇ ਦੇ ਉੱਪਰ ਜਿਹੜੇ 3 ਪੀੜ੍ਹੀਆਂ ਨੇ, ਉਹ 3 ਪੀੜ੍ਹੀਆਂ ਕੋਲ ਕੋਈ ਪ੍ਰਾਪਰਟੀ ਸਾਂਭੀ ਹੋਈ ਹੈ, ਉਹ ਪ੍ਰਾਪਰਟੀ ਤੁਹਾਡੀ ਐਨਸੈਸਟਰਲ ਪ੍ਰਾਪਰਟੀ ਬਣ ਜਾਂਦੀ ਹੈ ਔਰ ਉਹ ਕੋਈ ਵੀ ਮਾਈ ਦਾ ਲਾਲ ਤੁਹਾਡੇ ਤੋਂ ਉਹ ਪ੍ਰਾਪਰਟੀ ਖੋਹ ਨਹੀਂ ਸਕਦਾ। ਤੁਹਾਡਾ ਡੈਡ ਵੀ ਨਹੀਂ ਖੋਹ ਸਕਦਾ, ਤੁਹਾਡੇ ਦਾਦਾ ਜੀ ਵੀ ਨਹੀਂ ਖੋਹ ਸਕਦੇ। ਉਹ ਪ੍ਰਾਪਰਟੀ ਤੁਹਾਨੂੰ ਮਿਲੂਗੀ। ਲੇਕਿਨ ਅਗਰ ਤੁਹਾਡੇ ਡੈਡੀ ਨੇ ਕੋਈ ਸੈਪਰੇਟ ਪ੍ਰਾਪਰਟੀ ਬਣਾਈ ਹੈ ਆਪਣੀ ਮਿਹਨਤ ਨਾਲ, ਉਹ ਡਿਪੈਂਡ ਕਰਦਾ ਤੁਹਾਡੇ ਡੈਡੀ ਨੇ ਵਿਲ ਰਾਹੀਂ ਕਿਸੇ ਹੋਰ ਨੂੰ ਦੇਣੀ ਆ, ਉਹ ਦੇ ਸਕਦੇ ਨੇ, ਤੁਸੀਂ ਉਹਦੇ ਵਿੱਚ ਕਲੇਮ ਨਹੀਂ ਕਰ ਸਕਦੇ। ਲੇਕਿਨ ਅਗਰ ਤੁਹਾਡੇ ਡੈਡੀ ਦੀ ਕੋਈ ਸੈਪਰੇਟ ਪ੍ਰਾਪਰਟੀ ਹੈ ਔਰ ਤੁਹਾਡੇ ਡੈਡੀ ਨੇ ਉਹ ਸੈਪਰੇਟ ਪ੍ਰਾਪਰਟੀ ਆਪਣੀ ਮਿਹਨਤ ਨਾਲ ਬਣਾਈ ਹੈ, ਕੋਈ ਐਨਸੈਸਟਰਲ ਪ੍ਰਾਪਰਟੀ ਤਾਂ ਹੈ ਨਹੀਂ, ਆਪਣੀ ਮਿਹਨਤ ਨਾਲ ਸੈਪਰੇਟ ਪ੍ਰਾਪਰਟੀ ਬਣਾਈ ਹੈ ਔਰ ਅਨਫੋਰਚੂਨੇਟਲੀ ਤੁਹਾਡੇ ਡੈਡ ਦੀ ਅਗਰ ਡੈਥ ਹੋ ਜਾਂਦੀ ਹੈ ਔਰ ਕੋਈ ਵਿਲ ਵਗੈਰਾ ਕੁਝ ਨਹੀਂ ਬਣਾਇਆ ਤਾਂ ਫਿਰ ਵੀ ਉਹ ਪ੍ਰਾਪਰਟੀ ਹਿੰਦੂ ਸਕਸੈਸ਼ਨ ਐਕਟ 1956 ਦੇ ਤਹਿਤ ਵੰਡੀ ਜਾਊਗੀ। ਕਲਾਸ 1 ਹੇਅਰ, ਕਲਾਸ 2 ਹੇਅਰ, ਐਗਨੇਟ ਐਂਡ ਕੋਗਨੇਟ। ਉਹ ਫਿਰ ਪ੍ਰਾਪਰਟੀ ਬਰਾਬਰ ਜਾਊਗੀ। ਅਗਰ ਤੁਸੀਂ 2 ਭਰਾ ਹੋ ਤਾਂ ਦੋਨਾਂ ਨੂੰ ਬਰਾਬਰ ਪਲੱਸ ਤੁਹਾਡੀ ਮੰਮੀ ਦਾ ਹਿੱਸਾ ਰੱਖਿਆ ਜਾਊਗਾ, ਇੱਕ ਤੁਹਾਡੀ ਸਿਸਟਰ ਦਾ ਹਿੱਸਾ ਰੱਖਿਆ ਜਾਊਗਾ। ਤਾਂ ਇਹ ਸਿਸਟਮ ਹੈ। ਤਾਂ ਜੋ ਤੁਹਾਡੇ ਡੈਡੀ ਦੀ ਸੈਪਰੇਟ ਪ੍ਰਾਪਰਟੀ ਹੈ, ਉਹ ਸੈਪਰੇਟ ਪ੍ਰਾਪਰਟੀ ਦੇ ਤੁਹਾਡਾ ਕੋਈ ਹੱਕ ਨਹੀਂ ਕਾਨੂੰਨੀ ਤੌਰ ਤੇ, ਲੇਕਿਨ ਉਹ ਵੀ ਅਗਰ ਵਿਲ ਨਹੀਂ ਬਣਾਏਗੀ ਡੈਡੀ ਨੇ ਡੈਥ ਹੋਣ ਸਮੇਂ ਤਾਂ ਉਹ ਪ੍ਰਾਪਰਟੀ ਵੀ ਤੁਹਾਨੂੰ ਕਾਨੂੰਨ ਦੇ ਹਿਸਾਬ ਨਾਲ, ਹਿੰਦੂ ਸਕਸੈਸ਼ਨ ਐਕਟ ਦੇ ਹਿਸਾਬ ਨਾਲ ਤੁਹਾਨੂੰ ਬਰਾਬਰ ਤੁਹਾਡੇ ਲੀਗਲ ਹੇਅਰਸ ਨੂੰ, ਤੁਹਾਡੇ ਡੈਡ ਦੇ ਲੀਗਲ ਹੇਅਰਸ ਨੂੰ ਵੰਡੀ ਜਾਊਗੀ। ਉਹ ਸੀ ਸੈਪਰੇਟ ਪ੍ਰਾਪਰਟੀ ਦੀ ਗੱਲ। ਆਪਾਂ ਐਨਸੈਸਟਰਲ ਪ੍ਰਾਪਰਟੀ ਦੀ ਗੱਲ ਕਰੀਏ, ਐਨਸੈਸਟਰਲ ਪ੍ਰਾਪਰਟੀ ਦਾ ਪੱਕਾ ਹੱਕ ਹੁੰਦਾ ਲੇਕਿਨ ਕਿੱਥੇ ਤੱਕ? 4 ਪੀੜ੍ਹੀਆਂ ਤੱਕ। ਤੁਸੀਂ, ਤੁਹਾਡੇ ਡੈਡ, ਤੁਹਾਡੇ ਦਾਦਾ ਜੀ ਤੇ ਤੁਹਾਡੇ ਪੜਦਾਦਾ ਜੀ। ਤਾਂ ਜੋ ਪ੍ਰਾਪਰਟੀ ਤੁਹਾਡੇ ਪੜਦਾਦਾ ਜੀ ਕੋਲ ਹੈ ਔਰ ਸੇਮ ਪ੍ਰਾਪਰਟੀ ਤੁਹਾਡੇ ਦਾਦਾ ਔਰ ਤੁਹਾਡੇ ਪਾਪਾ ਨੇ ਸਾਂਭੀ ਹੋਈ ਹੈ, ਉਸ ਪ੍ਰਾਪਰਟੀ ਦੇ ਤੁਹਾਡਾ ਵੀ ਉਨਾ ਹਿੱਸਾ ਜਿੰਨਾ ਕੁ ਤੁਹਾਡਾ ਬਣਦਾ ਉਹ ਤੁਹਾਨੂੰ ਮਿਲੂਗਾ, ਠੀਕ ਹੈ। ਉਹ ਇੱਧਰ ਉੱਧਰ ਨਹੀਂ ਹੋ ਸਕਦਾ, ਉਹ ਪੱਕਾ ਹੀ ਹੈ। ਤਾਂ ਹਿੰਦੂ ਸਕਸੈਸ਼ਨ ਐਕਟ ਇਹਦੇ ਵਿੱਚ ਲੱਗਦਾ ਔਰ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਸਰਵਾਈਵਰਸ਼ਿਪ ਦਾ ਕਨਸੈਪਟ ਸੀਗਾ 2005 ਤੱਕ ਵੀ ਅਗਰ ਹਿੰਦੂ ਮੇਲ ਅਗਰ ਕੋਈ ਡੈਥ ਹੋ ਜਾਂਦੀ ਹੈ ਤਾਂ ਜੋ ਵੀ ਲੜਕੇ ਉਹਦੇ ਬੇਟੇ ਉਹਨੂੰ ਸਰਵਾਈਵ ਕਰਦੇ ਸੀ, ਲੜਕਿਆਂ ਨੂੰ ਸਾਰੀ ਪ੍ਰਾਪਰਟੀ ਜਾਂਦੀ ਸੀ। ਅਗਰ ਲੜਕੀ ਸੀ ਤਾਂ ਫਿਰ ਲੜਕੀ ਨੂੰ ਵੀ ਹਿੱਸਾ ਦਿੱਤਾ ਜਾਂਦਾ ਸੀ, ਲੇਕਿਨ ਲੜਕੀ ਬਾਈ ਬਰਥ ਪ੍ਰਾਪਰਟੀ ਕਲੇਮ ਨਹੀਂ ਕਰ ਸਕਦੀ ਸੀ ਔਰ ਲੜਕੀ ਪਿਓ ਦੇ ਜਿਉਂਦੇ ਜੀ ਪ੍ਰਾਪਰਟੀ ਦੀ ਵੰਡ ਵੀ ਨਹੀਂ ਕਰਵਾ ਸਕਦੀ ਸੀ।
तो सारा वंड करवाउण दा या क्लेम करन दा हक मुंडिਆਂ कोल सी। लेकिन 2005 ਦੇ ਵਿੱਚ 9 ਸਤੰਬਰ 2005 ਦੇ ਵਿੱਚ ਇੱਕ ਅਮੈਂਡਮੈਂਟ ਪਾਸ ਕੀਤੀ ਗਈ ਪਾਰਲੀਮੈਂਟ ਵੱਲੋਂ, ਜਿਹਦੇ ਵਿੱਚ ਕਿਹਾ ਵੀ ਕੁੜੀ ਨੂੰ ਵੀ ਬਾਈ ਬਰਥ ਹਿੱਸਾ ਮਿਲੂਗਾ ਆਪਣੀ ਪਿਓ ਦੀ ਪ੍ਰਾਪਰਟੀ ਦੇ ਵਿੱਚ, ਔਰ ਕੁੜੀ ਕੋਰਟ 'ਚ ਜਾ ਕੇ ਪਾਰਟੀਸ਼ਨ ਜਾਂ ਵੰਡ ਕਲੇਮ ਕਰ ਸਕਦੀ ਹੈ। तो 2005 ਦੇ ਵਿੱਚ ਹੁਣ ਸਰਵਾਈਵਰਸ਼ਿਪ ਦਾ ਕਨਸੈਪਟ ਹੋ ਗਿਆ ਖਤਮ। ਹੁਣ ਟੈਸਟਾਮੈਂਟਰੀ ਸਕਸੈਸ਼ਨ ਨਾਲ ਜਾਂ ਇੰਟਰਸਟੇਟ ਸਕਸੈਸ਼ਨ ਨਾਲ ਹੀ ਇਹ ਪ੍ਰਾਪਰਟੀ ਦੀ ਵੰਡ ਕੱਢੀ। ਟੈਸਟਾਮੈਂਟਰੀ ਹੁੰਦੀ ਹੈ ਬਾਈ ਵਿਲ, ਅਗਰ ਵਿਲ ਲਿਖੀ ਹੋਈ ਹੈ ਪਿਓ ਨੇ ਮਰਨ ਸਮੇਂ ਹਿੰਦੂ ਪਿਓ ਨੇ ਤਾਂ ਉਹ ਵਿਲ ਦੇ ਹਿਸਾਬ ਨਾਲ ਪ੍ਰਾਪਰਟੀ ਵੰਡੀ ਜਾਊਗੀ। ਵੈਸੇ ਵਿਲ ਤਾਂ ਸਿਰਫ ਸੈਪਰੇਟ ਪ੍ਰਾਪਰਟੀ ਦੀ ਹੀ ਬਣਾਈ ਜਾਂਦੀ ਹੈ। ਜਿਹੜੀ ਐਨਸੈਸਟਰਲ ਪ੍ਰਾਪਰਟੀ ਹੈ, ਐਨਸੈਸਟਰਲ ਪ੍ਰਾਪਰਟੀ ਦਾ ਹਿੰਦੂ ਸਕਸੈਸ਼ਨ ਐਕਟ ਦੇ ਹਿਸਾਬ ਨਾਲ ਹੀ ਵੰਡੀ ਜਾਊਗੀ। ਐਨਸੈਸਟਰਲ ਪ੍ਰਾਪਰਟੀ ਦੀ ਕੋਈ ਵਿਲ ਨਹੀਂ ਹੁੰਦੀ, ਅਗਰ ਵਿਲ ਹੈ ਤਾਂ ਉਹ ਵਿਲ ਉਹ ਮੰਨੀ ਨਹੀਂ ਜਾਊਗੀ, ਕਿਉਂਕਿ ਐਨਸੈਸਟਰਲ ਪ੍ਰਾਪਰਟੀ ਦਾ ਪੱਕਾ ਇੱਕ ਹਿਸਾਬ ਰੱਖਿਆ ਹੋਇਆ ਹੈ ਹਿੰਦੂ ਸਕਸੈਸ਼ਨ ਐਕਟ ਦੇ ਵਿੱਚ ਕਿ ਜਿਹੜੀ ਤੇਰੀ ਐਨਸੈਸਟਰਲ ਪ੍ਰਾਪਰਟੀ ਹੈ ਜਾਂ ਕੋਪਾਰਸਨਲ ਪ੍ਰਾਪਰਟੀ ਹੈ ਉਸ ਨੂੰ ਹਿੰਦੂ ਸਕਸੈਸ਼ਨ ਐਕਟ ਦੇ ਹਿਸਾਬ ਨਾਲ ਹੀ ਵੰਡਿਆ ਜਾਊਗਾ। ਜੋ ਹਿੱਸਾ ਤੁਹਾਡਾ ਬਣਦਾ ਉਹ ਤੁਹਾਡਾ ਬਣਦਾ। ਤੁਹਾਡੇ ਡੈਡੀ ਵੀ ਅਗਰ ਅਨਫੋਰਚੂਨੇਟਲੀ ਤੁਹਾਡੇ ਡੈਡੀ ਦੀ ਡੈਥ ਹੋ ਜਾਂਦੀ ਆ, ਉਹ ਵਿਲ ਵਿੱਚ ਐਂ ਨਹੀਂ ਲਿਖ ਸਕਦੇ ਵੀ ਇਸ ਮੁੰਡੇ ਨੂੰ ਕੋਈ ਹਿੱਸਾ ਨਹੀਂ ਮਿਲੂਗਾ, ਕਿਉਂਕਿ ਐਨਸੈਸਟਰਲ ਪ੍ਰਾਪਰਟੀ ਵਿੱਚ ਉਹ ਹਿੱਸਾ ਉਹਨੂੰ ਆਉਣਾ ਹੀ ਆਉਣਾ। ਤਾਂ ਇਹ ਹੈ। ਹੁਣ ਇਹਦੇ ਵਿੱਚ ਕੀ ਹੋਇਆ, 2005 ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਗਈ ਕਿ ਕੁੜੀਆਂ ਨੂੰ ਬਾਈ ਬਰਥ ਹੀ ਹਿੱਸਾ ਜਿਹੜਾ ਹੈ ਮਿਲੂਗਾ, ਔਰ ਜਿਵੇਂ ਲੜਕਿਆਂ ਨੂੰ ਮਿਲਿਆ ਲੜਕੀ ਵੀ 18 ਸਾਲ ਤੋਂ ਉੱਪਰ ਅਗਰ ਉਹ ਕਲੇਮ ਕਰਨਾ ਚਾਹੁੰਦੀ ਹੈ, ਪਾਰਟੀਸ਼ਨ ਕਰਾਉਣਾ ਚਾਹੁੰਦੀ ਹੈ, ਉਹ ਕਰਵਾ ਸਕਦੀ। ਉਹ ਹੁਣ ਲੋਕਾਂ ਨੂੰ ਗਵਾਰਾ ਨਹੀਂ ਹੋਇਆ। ਕਾਫੀ ਲੋਕ ਕਹਿੰਦੇ ਇਹ ਤਾਂ ਕੰਮ ਖਰਾਬ ਹੋ ਗਿਆ। ਬੜੇ ਝੂਠੇ ਤੇ ਫੇਕ ਟ੍ਰਾਂਜੈਕਸ਼ਨਸ ਵੀ ਹੋਈਆਂ। ਲੜਕੀਆਂ ਨੂੰ ਹਜੇ ਵੀ ਨਹੀਂ ਪੁੱਛਿਆ ਜਾਂਦਾ, ਚਾਹੇ ਲਾਅ ਦਾ ਬਣ ਗਿਆ। ਲੜਕੀਆਂ ਸ਼ਾਇਦ ਹੀ ਹੈ, ਬਹੁਤ ਘੱਟ ਲੜਕੀਆਂ ਨੇ ਜਿਹੜੇ ਆਪਣੇ ਪਿਓ ਦੀ ਪ੍ਰਾਪਰਟੀ 'ਚੋਂ ਹਿੱਸਾ ਲੈਣ, ਕਿਉਂਕਿ ਅੱਗੇ ਭਰਾਵਾਂ ਨਾਲ ਫਿਰ ਉਹਨਾਂ ਦੀ ਬਣਦੀ ਨਹੀਂ। ਅਗਰ ਲੜਕੀ ਨੇ ਪ੍ਰਾਪਰਟੀ 'ਚੋਂ ਹਿੱਸਾ ਮੰਗ ਵੀ ਲਿਆ ਤਾਂ ਸੋਸ਼ਲ ਤੌਰ 'ਤੇ ਜਿਹੜੇ ਭਰਾ ਨੇ ਉਹ ਬੋਲਣਾ ਛੱਡ ਦਿੰਦੇ ਉਹਨਾਂ ਦੇ ਨਾਲ, ਠੀਕ ਹੈ। ਤੋ ਵਰਤੋਂ ਵਿਹਾਰ ਵਿੱਚ ਨਹੀਂ ਆਉਂਦਾ। ਤੋ ਜ਼ਿਆਦਾਤਰ ਲੜਕੀਆਂ ਜਿਹੜੀ ਹੈ ਆਪਣੀ ਪਿਓ ਦੀ ਪ੍ਰਾਪਰਟੀ 'ਚੋਂ ਇਹ ਹਿੱਸਾ ਨਹੀਂ ਮੰਗਦੀਆਂ, ਚਾਹੇ ਕਾਨੂੰਨ ਉਹਨਾਂ ਦੇ ਹੱਕ 'ਚ ਬਣ ਚੁੱਕਿਆ ਸੀ। ਲੇਕਿਨ ਹੁਣੇ ਜਿਹੜਾ ਹੈ ਇਹ ਅਮੈਂਡਮੈਂਟ ਹੋਈ ਹੈ 9 ਸਤੰਬਰ 2005 ਦੇ ਵਿੱਚ, ਹੁਣੇ ਕਹਿ ਲਓ, ਜਿਹਦੇ ਵਿੱਚ ਲੜਕੀ ਨੂੰ ਬਾਈ ਬਰਥ ਹਿੱਸਾ ਮਿਲ ਚੁੱਕਿਆ। ਲੇਕਿਨ ਲੜਕੀਆਂ ਫਿਰ ਵੀ ਕਲੇਮ ਨਹੀਂ ਕਰਦੀਆਂ, ਹਾਲਾਂਕਿ ਕਲੇਮ ਕਰ ਸਕਦੀਆਂ ਲੇਕਿਨ ਕਲੇਮ ਨਹੀਂ ਕਰਦੀਆਂ। ਉਸ ਤੋਂ ਬਾਅਦ ਕੀ ਹੋਇਆ, ਹੁਣ ਤੁਹਾਨੂੰ ਪਤਾ ਲੱਗਾ ਨਾ ਕੋਪਾਰਸਨਰ ਕੀ ਹੁੰਦਾ। ਕੋਪਾਰਸਨਰ ਉਹ ਹੁੰਦਾ ਜਿਹੜੇ ਮੇਲਸ ਹੁੰਦੇ ਆ ਹਿੰਦੂ ਯੂਨਾਈਟਿਡ ਫੈਮਿਲੀ ਵਿੱਚ, ਜਿਹੜੇ ਮੇਲਸ ਨੇ ਉਹੀ ਕੋਪਾਰਸਨਰਸ ਹੋਣਗੇ। ਹੁਣ ਤੱਕ ਇਹੀ ਸੀਗਾ। ਹਿੰਦੂ ਸਕਸੈਸ਼ਨ ਐਕਟ ਅਮੈਂਡਮੈਂਟ 2005 ਤੋਂ ਪਹਿਲਾਂ ਮੇਲਸ ਹੀ ਕੋਪਾਰਸਨਰ ਸੀ। ਲੇਕਿਨ 2005 ਦੀ ਅਮੈਂਡਮੈਂਟ ਤੋਂ ਬਾਅਦ ਇੱਕ ਫੀਮੇਲ, ਇੱਕ ਲੜਕੀ, ਇੱਕ ਬੇਟੀ ਵੀ ਕੋਪਾਰਸਨਰ ਬਣ ਗਈ ਹੈ। ਕੋਪਾਰਸਨਰ ਹੁਣ ਤੱਕ ਸਿਰਫ ਮੇਲ ਸੀਗੇ, ਪਿਓ ਹੋ ਗਿਆ, ਚਾਚਾ ਹੋ ਗਿਆ, ਤੁਸੀਂ ਆਪ ਹੋ ਗਏ, ਹੈ ਨਾ। ਅਗਰ ਤੁਸੀਂ ਮੇਲ ਹੋ ਤਾਂ ਤੁਹਾਡੇ ਦਾਦਾ ਜੀ ਹੋ ਗਏ, ਇਹ ਸਾਰੇ ਕੋਪਾਰਸਨਰਸ ਨੇ। ਮੇਲ, ਸਿਰਫ ਮੇਲ ਜਿਹਨਾਂ ਕੋਲ ਪ੍ਰਾਪਰਟੀ ਜਾਊਗੀ ਉਹ ਕੋਪਾਰਸਨਰ ਸੀ। ਲੇਕਿਨ 2005 ਦੀ ਅਮੈਂਡਮੈਂਟ ਤੋਂ ਬਾਅਦ ਇੱਕ ਫੀਮੇਲ ਨੂੰ ਵੀ ਕੋਪਾਰਸਨਰਸ ਦਾ ਦਰਜਾ ਦਿੱਤਾ ਗਿਆ ਹੈ। ਲੇਕਿਨ ਪ੍ਰੋਬਲਮ ਹੁਣ ਇਹ ਆਈ ਹੈ ਕਿ ਕਨਫਿਊਜ਼ਨ ਕੁਝ ਇਹ ਹੋਈ ਕਿ ਕਿਉਂਕਿ ਤੁਹਾਨੂੰ ਮੈਂ ਦੱਸਿਆ ਸੀ ਵੀ ਲੜਕੀ ਛੇਤੀ ਆਪਣੀ ਪ੍ਰਾਪਰਟੀ ਦਾ ਹੱਕ ਮੰਗਦੀ ਨਹੀਂ ਸੀ, ਲੇਕਿਨ ਬਾਈ ਬਰਥ ਤਾਂ ਉਹਨੂੰ ਹਿੱਸਾ ਮਿਲ ਗਿਆ ਸੀ, ਕੋਰਟ 'ਚ ਕੇਸ ਨਹੀਂ ਪਾਉਂਦੀ ਸੀ, ਔਰ ਬੜਾ ਇਹ ਕਾਫੀ ਧੱਕਾ ਹੋ ਰਿਹਾ ਸੀ ਡਾਟਰਸ ਨਾਲ। ਔਰ ਫੈਮਲੀਜ਼ ਵੀ ਨਹੀਂ ਚਾਹੁੰਦੀਆਂ ਸੀ ਵੀ ਸਾਡੀ ਪ੍ਰਾਪਰਟੀ ਜਿਹੜੀ ਹੈ ਅੱਗੇ ਵੰਡੀ ਜਾਵੇ, ਕਿਉਂਕਿ ਕੁੜੀਆਂ ਨੂੰ ਤਾਂ ਵਿਆਹ ਦਿੱਤਾ ਜਾਂਦਾ ਸੀ ਅਗਲੇ ਘਰ ਵਿੱਚ, ਔਰ ਜਿਹੜਾ ਕੁੜੀਆਂ ਦੇ ਫਾਦਰ ਸੀ ਜਾਂ ਉਹਦੇ ਜਿਹੜੇ ਭਰਾ ਸੀ ਉਹ ਨਹੀਂ ਚਾਹੁੰਦੇ ਵੀ ਸਾਡੀ ਪ੍ਰਾਪਰਟੀ ਅੱਗੇ ਦੂਸਰੇ ਪਰਿਵਾਰ ਵਿੱਚ ਜਾਵੇ, ਕਿਉਂਕਿ ਲੜਕੀ ਨੂੰ ਤਾਂ ਦੂਸਰੇ ਪਰਿਵਾਰ 'ਚੋਂ ਵੀ ਪ੍ਰਾਪਰਟੀ ਮਿਲ ਹੀ ਜਾਣੀ ਹੈ। ਉਹਦੇ ਪਤੀ ਦੇ ਹਿੱਸੇ ਜਿਹੜੀ ਪ੍ਰਾਪਰਟੀ ਹੋਊਗੀ ਉਹ ਲੜਕੀ, ਕਿਉਂਕਿ ਲੜਕੀ ਹੁਣ ਦੂਸਰੀ ਹਿੰਦੂ ਯੂਨਾਈਟਿਡ ਫੈਮਿਲੀ ਦੀ ਮੈਂਬਰ ਬਣ ਗਈ ਹੈ, ਉਹ ਤੁਹਾਡੀ ਹਿੰਦੂ ਯੂਨਾਈਟਿਡ ਫੈਮਿਲੀ ਦੀ ਮੈਂਬਰ ਨਹੀਂ ਰਹੀ, ਉਹ ਕਿਸੇ ਦੂਸਰੇ ਪਰਿਵਾਰ ਦੀ ਇੱਕ ਧੀ ਬਣ ਗਈ ਹੈ। ਲੇਕਿਨ ਐਟ ਪ੍ਰੈਜ਼ੈਂਟ ਕਾਨੂੰਨ ਇਹ ਹੈ ਕਿ ਜਿਹੜੀ ਇੱਕ ਧੀ ਹੈ ਉਹ ਆਪਣੇ ਪਿਓ ਦੀ ਪ੍ਰਾਪਰਟੀ 'ਚੋਂ ਵੀ ਹਿੱਸਾ ਲੈ ਸਕਦੀ ਹੈ, ਅੱਗੇ ਗਾਹਾਂ ਆਪਣੇ ਸਹੁਰੇ ਦੀ ਪ੍ਰਾਪਰਟੀ 'ਚੋਂ, ਆਪਣੇ ਹਸਬੈਂਡ ਦੀ ਪ੍ਰਾਪਰਟੀ 'ਚੋਂ ਵੀ ਹਿੱਸਾ ਲੈ ਸਕਦੀ ਹੈ। ਕਾਨੂੰਨ ਤਾਂ ਇਹ ਹੈ ਕਿ ਦੋਨਾਂ ਪਾਸੋਂ ਹਿੱਸਾ ਲੜਕੀ ਨੂੰ ਜਾਊਗਾ ਹੀ ਜਾਊਗਾ। ਲੇਕਿਨ ਉਹ ਅੱਡ ਗੱਲ ਹੈ, ਪ੍ਰੈਕਟੀਕਲੀ ਲੜਕੀ ਜਿਹੜਾ ਹੈ ਹਿੱਸਾ ਮੰਗਦੀ ਨਹੀਂ ਸੀ, ਹਾਲਾਂਕਿ ਮੰਗ ਸਕਦੀ ਹੈ ਕਾਨੂੰਨੀ ਤੌਰ 'ਤੇ 2005 ਦੀ ਅਮੈਂਡਮੈਂਟ ਤੋਂ ਬਾਅਦ, ਔਰ ਨਾ ਹੀ ਉਹਨੂੰ ਹਿੱਸਾ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਹੁਣ ਲੇਟੈਸਟ ਜਿਹੜਾ ਹੈ 2016 ਵਿੱਚ ਇੱਕ ਪ੍ਰਕਾਸ਼ ਵਰਸਸ ਪੁਲਾਵਤੀ 2016 ਦਾ ਇੱਕ ਕੇਸ ਹੋਇਆ, ਪ੍ਰਕਾਸ਼ ਵਰਸਸ ਪੁਲਾਵਤੀ 2016, ਦੇਖ ਲਓ। तो इस केस में क्या गया कि ਜਿਹੜੇ ਕੋਪਾਰਸਨਰਸ ਨੂੰ ਜਿਹੜੇ ਰਾਈਟ ਮਿਲਿਆ ਹੋਇਆ ਹੈ ਨਾ ਵੀ ਇਹ ਉਹਦੇ ਵਿੱਚ ਡਾਕਟਰਸ ਵੀ ਆ ਗਈਆਂ। ਉਹ ਜਿਹੜਾ ਹੈ ਜਦੋਂ ਇਹ ਅਮੈਂਡਮੈਂਟ ਹੋਈ ਹੈ ਨਾ 9/9/2005 ਨੂੰ ਇਹ ਅਮੈਂਡਮੈਂਟ ਹੋਈ ਹੈ, ਜਦੋਂ ਕੁੜੀਆਂ ਨੂੰ ਬਾਈ ਬਰਥ ਹਿੱਸਾ ਦਿੱਤਾ ਗਿਆ ਆਪਣੀ ਪਿਓ ਦੀ ਪ੍ਰਾਪਰਟੀ 'ਚ, ਵੀ ਉਸ ਸਮੇਂ ਇਹ ਸ਼ਰਤ ਸੀ ਵੀ ਕੁੜੀਆਂ ਜਿਉਂਦੀਆਂ ਹੋਣੀਆਂ ਚਾਹੀਦੀਆਂ 9/9/2005 ਨੂੰ। ਕਹਿਣ ਦਾ ਭਾਵ ਹੈ
if the father died prior to 9/9/2005 the daughter would not have any right in the compulsory property। तो जो ये अमेंडमेंट हुई 2005 उस समय अगर फादर की डैथ हो चुकी है तो फिर वो लड़की को कोई भी अमेंडमेंट तो बाद प्रॉपर्टी नहीं मिलूगी। कहने का भाव है 9/9/2005 में फादर भी जिਉਂਦਾ होना चाहिए तो लड़की भी जिਉਂਦੀ होनी चाहिए है। तो फादर भी अलाइव होना चाहिए और लड़की भी अलाइव होनी चाहिए, तो ही जोड़ा है उस लड़की को इस अमेंडमेंट के राही बेनीफिट मिलूगा, प्यो की प्रॉपर्टी चो हिस्सा मिलूगा। तो फादर एंड डॉटर बोथ मस्ट बी लिविंग ऑन द डेट ऑफ दिस अमेंडमेंट दैट इज ऑन 9/9/2005। But if the father was not alive or he died before this date, then nothing will be given to the daughter। लेकिन इस केस तो बाद एक होर केस पैदा होया, वो केस सीगा दमन्ना वर्सिस अमर 2018। ये नोट कर लो, दमन्ना वर्सिस अमर 2018। तो ये दमन्ना वाले केस विच प्रकाश वर्सिस फुलावती 2016 के केस नाल उल्ट गल की गई। इस केस विच क्या गया, दो जज्जां दा बेंच बैठा सी कि जे फादर 2005 की अमेंडमेंट तो पहला उसकी डैथ हो जाती है, फादर अगर मर जाता 2005 की अमेंडमेंट तो पहला, येट द डॉटर विल गैट द इक्वल शेयर, तो भी डॉटर को अपने भरावां दे बराबर शेयर मिलूगा एंड डॉटर्स आर एंटाइटल टू कंपल्सरी प्रॉपर्टी। ये ऐ गल कही गई। तो उस केस में केड़ा केस सी, वो प्रकाश वर्सिस फुलावती में कहा कि अमेंडमेंट जी हुई है 2005 की, उस डेट के समय अगर प्यो और धी दोने जिਉਂਦੇ है तो ही धी को प्रॉपर्टी मिलूगी, अपने प्यो के हिस्से चों प्रॉपर्टी मिलूगी, बराबर मिलूगी जिवें मुंडिਆਂ ਨੂੰ मिली है, वो जिवें भरावां ਨੂੰ मिली है। लेकिन अगर प्यो जिਉਂਦਾ नहीं तो फिर कुड़ी को प्रॉपर्टी नहीं मिलूगी। लेकिन इस दमन्ना वाले केस में यह कहा गया कि अगर प्यो की डैथ भी हो जाती है अमेंडमेंट तो पहला और अगर कुड़ी जिਉਂਦੀ है तो कुड़ी नूं जिहड़ी है प्रॉपर्टी मिलूगी। तो बड़ी उलझन हुई पई सी। इस उलझन नूं रीसेंटली 2020 दे विच हुणी वनीता शर्मा वर्सिस राकेश शर्मा 2020 का केस होया, बहुत इंपॉर्टेंट है, वनीता शर्मा वर्सिस राकेश शर्मा। तो इस केस में इस उलझन नूं, इस कंपलैक्सिटी नूं काफ़ी हद तक सुप्रीम कोर्ट ने दूर करता और जस्टिस A.K. सिकरी ने कहा कि जिहड़ी कुड़ियां ने डॉटर्स ने दे आर इंटाइटल टू इक्वल प्रॉपर्टी राइट्स ईवन इफ दे वर नॉट बॉर्न एट द टाइम ऑफ 2005। कहते भी 2005 में अगर लड़की का कोई जन्म भी नहीं होया, 2005 तो बाद लड़की का जन्म होया, तो भी उन्होंने बराबर प्रॉपर्टी मिलूगी जिमें उन्हें भरावां नूं मिली है। एंड 2005 की अमेंडमेंट तो बाद जमन वाली लड़कियों को भी फुल प्रॉपर्टी मिलू, पूरा हक मिलूगा ईवन इफ द फादर डाइड प्रायर टू द कमिंग ऑफ द फोर्स ऑफ अमेंडमेंट ऑफ 2005 की अमेंडमेंट तो पहला अगर फादर की डैथ हो जाती है, पहला अगर फादर की डैथ हो चुकी सी, तो भी 2005 की अमेंडमेंट तो बाद अगर लड़की बाद विच पैदा हुई है उसकी पत्नी तो वो लड़की को हक मिलूगा। तो फादर जिਉਂਦਾ होवे या ना जिਉਂਦਾ होवे ਉਹਦਾ कोई फर्क नहीं पैंदा। लेकिन लड़की दा अगर बर्थ भी अगर डेट तो बाद होया है तो लड़की को हक मिलूगा। तो ये जस्टिस मिश्रा ने एक बहुत सोहनी गल कही कि डॉटर्स रिमेन अ लविंग डॉटर, एक प्यारी लड़की होंदी है प्यो की, थ्रू आउट लाइफ उन्होंने प्यार किया जाता है एंड दे शैल रिमेन अ कंपैशनेट थ्रू आउट लाइफ। अगर लड़की को इन्नी मान सन्मान तुसीं दिंदे हो, एक प्यो की एक लाडली होंदी लड़की, तो उन्होंने फिर प्रॉपर्टी चो हिस्सा क्यों ना दो। ये टैक्नीकलिटीज़ तुसीं क्यों उलझ रहे हो, एक पासे कहना भी साडी लड़की है ना, तो दूजे पासे तुसीं प्रॉपर्टी तो उन्होंने वांझा रखा होया है। ये तो कोई गल नहीं बनती, सारी उम्र उसका ख्याल रखना है इरिस्पैक्टिव उसका विआह होया या नहीं होया। फॉर एग्जाम्पल विआह हो गया है ना, तुसीं प्रॉपर्टी नहीं दी, सारी प्रॉपर्टी अपने मुंडे को वंडती, विआह तो बाद रब ना करे कुड़ी का तलाक हो गया, दोबारा फिर थोड़े को आऊगी, फिर अपने भरावां दे भरोसे रहूगी, वो तो झुक के रहूगी सारी उम्र, भरावां दे आसरे च रहूगी। इस अमेंडमेंट ने यह आसरा खत्म करता, लड़की को उसका हक देता। वो हुण जे इनकेस लड़की का डिवोर्स हो जाता है, वो वापस अपने हक नाल जाऊगी, उसका कॉन्फिडेंस वधूगा भी हाँ जी मेरी प्रॉपर्टी तो हैगी है, मैनूं मिलूगी। वो कदों मर्जी प्रॉपर्टी की वंड करवा सकती सी। ये धकिया की सोच है कि नहीं प्रॉपर्टी नहीं देनी। अगर इनकेस सहुरे नाल नहीं बनी, उसका डिवोर्स हो गया, तो फिर वापस कित्थे आऊगी, वापस ही आऊगी भरावां कोल आऊगी। अगर वो हक नहीं मिले, उस कानून ने हक नहीं दिता, सारी उम्र भरावां दे तरले करी जाऊगी, भरावां ने जिवें दे रख लिया ठीक है। इसलिए लड़की को भी वह हक देना जरूरी बनता सी और लड़कियों को अपना हक मंगना चाहिए ही है। हालांकि अपनी मैंटल जी सोच है मेल शोवनिज्म करके, पैट्रियार्चल सोच करके लड़कियां भी अपना हक हुण तक नहीं मंगदी।
और ਇਹਦਾ ਇੱਕ ਇਹ ਰੀਜ਼ਨ ਵੀ ਹੈ ਕਿ ਲੜਕੀਆਂ ਅਗਰ ਆਪਣਾ ਹੱਕ ਆਪਣੇ ਪਿਓਾਂ ਤੋਂ ਆਪਣੀ ਪ੍ਰਾਪਰਟੀ 'ਚੋਂ ਮੰਗਣ ਲੱਗ ਵੀ ਗਈਆਂ ਤਾਂ ਉਹਦੇ ਨਾਲ ਜਿਹੜੀ ਹੈ ਸੋਸ਼ਲ ਸਟਰਕਚਰ ਕਹਿੰਦੇ ਕਾਫੀ ਹੱਦ ਤੱਕ ਖਰਾਬ ਹੋ ਜਾਊਗਾ, ਭਰਾਵਾਂ ਦੀ ਭੈਣਾਂ ਨਾਲ ਨਹੀਂ ਬਣਨੀ, ਐਂ ਹੋ ਜੂ। ਤਾਂ ਇਹ ਗੱਲਾਂ ਨੇ, ਦੇਖੋ ਗੱਲਾਂ ਤਾਂ ਗੱਲਾਂ ਹੀ, ਆਪਾਂ ਕਾਨੂੰਨ ਦੀ ਗੱਲ ਕਰੀਏ, ਜੋ ਕਾਨੂੰਨ ਹੈ ਉਹਦੀ ਗੱਲ ਕਰੀਏ। ਹੁਣ ਸੁਪਰੀਮ ਕੋਰਟ ਨੇ ਇਸੇ ਜਿਹੜੀ ਹੈ ਵਿਨੀਤਾ ਸ਼ਰਮਾ ਵਰਸਸ ਰਾਕੇਸ਼ ਸ਼ਰਮਾ 2020 ਵਿੱਚ ਬਹੁਤ ਵਧੀਆ ਜਜਮੈਂਟ ਸੀ। ਇਹਦੇ ਵਿੱਚ ਕਿਹਾ ਕਿ ਇਹ ਜਿਹੜੀ 2005 ਦੀ ਅਮੈਂਡਮੈਂਟ ਕੀਤੀ ਗਈ ਹੈ ਇਹ ਰੈਟਰੋਸਪੈਕਟਿਵ ਇਫੈਕਟ ਨਾਲ ਕੀਤੀ ਗਈ ਹੈ। ਪਹਿਲਾਂ ਸੀ ਵੀ ਸਿਰਫ ਪ੍ਰੋਸਪੈਕਟਿਵ ਇਫੈਕਟ ਨਾਲ, ਵੀ 2005 ਤੋਂ ਬਾਅਦ ਜਿਹੜੀ ਲੜਕੀਆਂ ਪੈਦਾ ਹੋਣਗੀਆਂ ਉਹਨਾਂ ਨੂੰ ਹੀ ਜਿਹੜੀ ਹੈ ਪ੍ਰਾਪਰਟੀ ਦਾ ਹੱਕ ਦਿੱਤਾ ਜਾਊਗਾ। ਲੇਕਿਨ ਇਸ ਵਿਨੀਤਾ ਸ਼ਰਮਾ ਦੇ ਵਿੱਚ ਇਹ ਕਿਹਾ ਗਿਆ ਕਿ 2005 ਦੀ ਅਮੈਂਡਮੈਂਟ ਪਿਛਲੀ ਡੇਟ ਤੋਂ ਵੀ ਲਾਗੂ ਹੋਣਗੀ। ਰੈਟਰੋਸਪੈਕਟਿਵ ਐਕਟ ਹੁੰਦੀ ਹੈ ਪਿਛਲੀ ਡੇਟ ਤੋਂ, ਉਸ ਡੇਟ ਤੋਂ ਬਾਅਦ ਪਿੱਛੇ ਜਿਹੜਾ ਕੇਸ ਸੀਗੇ ਉੱਥੇ ਵੀ ਲਾਗੂ ਹੋਣਗੀਆਂ। ਪ੍ਰੋਸਪੈਕਟਿਵ ਹੁੰਦਾ ਅੱਗੇ ਤੋਂ, ਰੈਟਰੋਸਪੈਕਟਿਵ ਹੁੰਦਾ ਪਿੱਛੇ ਤੋਂ। तो ये रेट्रोस्पैक्टिव एक्ट की जजमेंट है, अमेंडमेंट है। तो इसलिए जो डॉक्टर्स ने हु वर अलाइव एट द अमेंडमेंट इवन इफ दे वर बॉर्न प्रायर टू, कहने का भाव है 2005 की अमेंडमेंट के समय अगर कोई लड़की जिਉਂਦੀ ਸੀ लेकिन जन्म ਉਹਦਾ ਪਹਿਲਾਂ ਹੋਇਆ ਸੀ, ਓਬਵੀਅਸਲੀ 2005 ਦੀ ਜਦੋਂ ਅਮੈਂਡਮੈਂਟ ਹੋਈ, ਓਬਵੀਅਸਲੀ ਤੁਹਾਨੂੰ ਪਤਾ ਤਾਂ ਹੈ 2005 ਦੀ ਅਮੈਂਡਮੈਂਟ ਤੋਂ ਬਾਅਦ ਜਿਹੜੀ ਲੜਕੀਆਂ ਜੰਮਣਗੀਆਂ ਉਹਨਾਂ ਨੂੰ ਤਾਂ ਫੋਰ ਐਗਜ਼ਾਮਪਲ ਹੁਣ ਕੋਈ ਲੜਕੀ ਜੰਮਦੀ ਹੈ ਨਾ, ਉਹਨੂੰ ਤਾਂ ਪ੍ਰਾਪਰਟੀ ਮਿਲੂਗੀ ਆਪਣੇ ਪਿਓ ਦੀ। ਈਵਨ 2005 ਤੋਂ ਪਹਿਲਾਂ ਵੀ, ਠੀਕ ਹੈ ਨਾ, अगर लड़की का जन्म होया फॉर एग्जाम्पल 2003 में होया, 2005 में 2 साल की होगी तो ਉਹਨੂੰ ਵੀ ਇਹ ਹੱਕ ਦਿੱਤਾ ਜਾਊਗਾ। ਕਹਿਣ ਦਾ ਭਾਵ ਇਹ ਨਹੀਂ ਹੈ ਕਿ ਉਹਦਾ ਜਨਮ 2005 ਤੋਂ ਪਹਿਲਾਂ ਹੋਇਆ ਸੀ ਉਹਨੂੰ ਇਹ ਹੱਕ ਨਹੀਂ ਦਿੱਤਾ ਜਾਊਗਾ। ਇਹ ਰੈਟਰੋਸਪੈਕਟਿਵ ਕਰਤਾ, ਭਾਵੇਂ 10 ਸਾਲ ਪਹਿਲਾਂ ਜੰਮੀ ਆ ਉਹਨੂੰ ਵੀ ਇਹ ਹੱਕ ਮਿਲੂਗਾ। ਸ਼ਰਤ ਇਹ ਹੈ ਕਿ ਉਸ ਸਮੇਂ ਉਹ ਅਲਾਈਵ ਹੋਵੇ, ਇਹ ਸ਼ਰਤ ਹੁਣ ਵੀ ਹੈ। ਕਹਿਣ ਦਾ ਭਾਵ ਹੈ ਅਗਰ 2005 ਦੇ ਵਿੱਚ ਅਮੈਂਡਮੈਂਟ ਹੋਈ ਸੀ ਉਸ ਸਮੇਂ ਲੜਕੀ ਅਗਰ 15 ਸਾਲ ਦੀ ਹੈ ਤਾਂ ਵੀ ਉਹਨੂੰ ਇਹ ਹੱਕ ਮਿਲੂਗਾ। ਲੇਕਿਨ ਉਸ ਸਮੇਂ ਅਲਾਈਵ ਹੋਣੀ ਜ਼ਰੂਰੀ ਹੈ, ਉਸ ਸਮੇਂ ਜਿਉਂਦੀ ਹੋਣੀ ਜ਼ਰੂਰੀ ਹੈ। ਪਿਓ ਦਾ ਜਿਉਂਦਾ ਹੋਵੇ ਜਾਂ ਨਾ ਹੋਵੇ ਉਹ ਕੋਈ ਲੈਣਾ ਦੇਣਾ ਨਹੀਂ। ਅਗਰ ਪਿਓ ਦੀ ਡੈਥ ਵੀ ਹੋ ਜਾਂਦੀ ਹੈ 2005 ਵਿੱਚ ਪਿਓ ਨਹੀਂ ਵੀ ਹੈ ਇਸ ਸੰਸਾਰ ਦੇ ਵਿੱਚ ਤਾਂ ਵੀ ਲੜਕੀ ਨੂੰ ਉਹ ਜਿਹੜੀ ਹੈ ਉਹ ਹੱਕ ਮਿਲੂਗਾ। ਸ਼ਰਤ ਇਹ ਹੈ ਕਿ ਲੜਕੀ ਉਸ ਸਮੇਂ ਜਿਉਂਦੀ ਹੋਵੇ, ਔਰ ਅਗਰ ਲੜਕੀ ਜਿਉਂਦੀ ਨਹੀਂ ਹੈ, ਉਹਦੇ ਬੇਟੇ ਹੈ, ਅਗਰ ਉਹਦੇ ਬੱਚੇ ਹੈ ਤਾਂ ਉਹ ਹੱਕ ਉਹਦੇ ਬੱਚਿਆਂ ਨੂੰ ਮਿਲੂਗਾ। तो ये जी सारी कॉन्ट्राडिक्टरी जजमेंट सीगियां अपनियां किहड़ी जजमेंट सी प्रकाश वाली और दिनम्मा वाली, उसनूं सब नूं काफ़ी हद तक हल कर दिता विनीता शर्मा वर्सेस राकेश शर्मा 2020 वाले केस ने। नाउ द डॉटर्स हैव co-partnership राइट्स इन द फादर्स प्रॉपर्टी whether he was alive or not on the amendment date of the law। henceforth हुण तो अकॉर्डिंग टू द recent judgment passed, the Amendment Act 2005 has been declared retrospective and daughters are given equal rights over ancestral property even if the father died prior to the 9th September 2005। So a woman will have equal share in the undivided family property regardless of whether her father was alive when the law was amended in 2005 or not, stressing that the law has a retrospective effect। तो लेटेस्ट हुण यही है कि एक लड़की नूं कानून ने पूरा हक दिता है कि 18 साल तो बाद वो कोर्ट जाके ये क्लेम कर सकती है प्रॉपर्टी बाई बर्थ। तो उन्होंने प्रॉपर्टी का हक मिले ही मिले, ठीक है, बाई बर्थ। लेकिन कानूनी तौर पर 18 साल तो बाद जो अडल्ट हो जाती है वो अपना हिस्सा मंग भी सकती है। हुण प्रैक्टिकली लड़कियां अपने प्यो अपने डैड तो हिस्सा मंगदियां या नहीं मंगदियां ये आने वाले समय में देखा जाऊगा। हालांकि कानून ने खुला उन्होंने हक देता और काफ़ी केस ये आए भी है जो लड़कियां ने अपने भरावां ते और अपने प्योआं ते केस पाए ने, डिफेंडेंट बनाया और उन्होंने तो अपना हक मंगया, ठीक है। ये समाजिक देखो कानून जिहड़ा है समाज विच उथल पुथल लिआउंदा है, लेकिन समाज नूं भी कानून के हिसाब नाल ढलना जरूरी है, ठीक है। कानून ने हमेशा समाज में चंगियाई पैदा करता है ना। समाज में जी माड़ियां रीतां ने, माड़ियां कुरीतियां जी माड़ियां चीज़ां ने उन्होंने दूर करने की कोशिश करता है। कानून वधिया हुंदा, कानून समाज नूं अगे लेके आउंदा। लेकिन हुण समाज ने देखना है कि कानून नूं अपनाउणा है कि नहीं अपनाउणा। हुण प्रैक्टिकली लड़कियां हजे भी काफ़ी हद तक मेरे ख्याल 95% लड़कियां अपने प्यो की प्रॉपर्टी चो हिस्सा नहीं मंगदियां, लेकिन कानून ने उन्होंने हिस्सा मंगण लई पूरी खुल दी हुई है भी तुसीं कदों मर्जी कोर्ट जाके ये कर। लेकिन ये देखना है भी ये प्रैक्टिकली ये कितना सुचारू है क्योंकि अड अड व्यूज़ ने, ठीक है। एक सोशल स्ट्रक्चर है, फैमिली सिस्टम है, उन्होंने भी बचा के रखना है। एक जॉइंट फैमिली प्रॉपर्टी है, उन्होंने भी बचा के रखना। कुछ लोग कहते भी लड़की नूं तां लड़की ते तां सारी उंगलां घ्यो च आ गईयां है ना। कहने का भाव है इधरों पेकिਆਂ ਤੋਂ भी प्रॉपर्टी मिली जाती है, सहुरिਆਂ ਤੋਂ भी प्रॉपर्टी मिली, दोनों पासे प्रॉपर्टी है। तो ये गल सही नहीं है, लड़कियां नूं उन्हां दा हिस्सा देना चाहिए। तो ये गल्लां तां बहुत ने। हुण देखना कि प्रैक्टिकली इस लॉ नूं किवें लोग प्रैक्टिकली अपनी लाइफ में उतारनगे कि नहीं उतारनगे। लॉ तां बन गया, हुण इंप्लीमेंटेशन देखते हैं कि जी। थैंक यू वेरी मच, सो नाइस ऑफ यू।